वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। धनासरी महला तीजा। घर दूजा चोप दे एक ओंकार सतगुर प्रसाद। एहो धन अकुठ ना निखुटे ना जाए। पूरे सतगुर दिया दिखाए। अपने सतगुर को सद बल जाई। गुर कृपा ते हर मन वसाई। एहो धन अकुठ ना निखुटे ना जाए। पूरे सतगुर दिया दिखाए। अपने सतगुर को सद बल जाई। गुर कृपा ते हर मन वसाई। से धनवंत हर नाम लिव लाए। गुर पूरे हर धन परगासिया। हर कृपा ते बसै मन आए। रहाउ अब गुण काट गुण हृदय समाए। पूरे गुर कै सहज सुभाए। पूरे गुर की साची बाणी। सुख मन अंतर सहज समाणी। एक अचरज जन देखो पाई। दुबदा मार हर मन वसाई। नाम अमोलक ना पाया जाए। गुर प्रसाद वसै मन आए। सब मह वसै प्रभ को सोए। गुरमति घट प्रगट होए। सहजे दिन प्रभ जान पछाणिया। नानक नाम मिले मन मानिया। सब मह बसै प्रभ एको सोए।
ਗੁਰਮਤੀ ਘਾਟ ਪ੍ਰਗਟ ਹੋਏ, ਸਹਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੇ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਧਨਤਾ ਦੇ ਯੋਗ ਹੋ, ਵੱਡੇ ਭਾਗਾਂ ਵਾਲੇ ਹੋ। ਆਪ ਜੀ ਨੇ ਹੁਣੇ ਹੀ ਅੱਜ ਦੇ ਜੋ ਪਾਵਨ ਅੰਮ੍ਰਿਤਮਈ ਬਚਨ ਸਤਿਗੁਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੋਹਣੇ ਸਿੰਘਾਸਣ ਤੇ ਸੁਭਾਏਮਾਨ ਹੋ ਕੇ ਅੰਮ੍ਰਿਤਮਈ ਬਚਨਾਂ ਦੀ ਅੰਮ੍ਰਿਤ ਵਰਖਾ ਕੀਤੀ। ਸੋ ਆਪ ਸਮੂਹ ਸੰਗਤਾਂ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਇਨ੍ਹਾਂ ਪਾਵਨ ਬਚਨਾਂ ਨੂੰ ਸਰਵਣ ਕੀਤਾ ਹੈ ਜੀ। ਸੋ ਆਓ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੁਰਤਮਈ ਹਾਜ਼ਰੀਆਂ ਲਵਾਈਏ, ਆਪਣੀ ਮਨ ਬਿਰਤੀਆਂ ਨੂੰ ਇਕਾਗਰ ਚਿਤ ਕਰੀਏ ਤੇ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਤਾਂ ਕਿ ਗੁਰੂ ਪਾਤਸ਼ਾਹ ਜੀ ਸਾਡੇ ਤੇ ਮਿਹਰ ਕਰਨ, ਸਾਡੇ ਤੇ ਬਖਸ਼ਿਸ਼ ਕਰਨ, ਸਾਨੂੰ ਵੀ ਆਪਣੇ ਚਰਨਾਂ ਕਮਲਾਂ ਦਾ ਭੋਰਾ ਬਣਾ ਲੈਣ, ਸਾਨੂੰ ਵੀ ਆਪਣੇ ਚਰਨਾਂ ਕਮਲਾਂ ਨਾਲ ਜੋੜ ਲੈਣ। ਇਹ ਤਾਈਓ ਹੋ ਸਕਦਾ ਹੈ ਜਦੋਂ ਅਸੀਂ ਸੁਰਤ ਨੂੰ ਇਕਾਗਰ ਕਰਕੇ, ਸੁਰਤ ਨੂੰ ਟਿਕਾ ਕੇ ਸ਼ਬਦ ਵਿੱਚ ਸੁਰਤ ਨੂੰ ਜੋੜਨ ਦਾ ਯਤਨ ਕਰਾਂਗੇ। ਜਦੋਂ ਸ਼ਬਦ ਦੇ ਨਾਲ ਸਾਡੀ ਸੁਰਤ ਜੁੜ ਗਈ ਤੇ ਸੱਚ ਜਾਣਿਓ ਸਾਧ ਸੰਗਤ ਜੋ ਸਾਡੀਆਂ ਹਾਜ਼ਰੀਆਂ ਗੁਰੂ ਦੇ ਦਰ ਤੇ ਵੀ ਪ੍ਰਵਾਨ ਹੋ ਗਈ ਤੇ ਉਸ ਮਾਲਕ ਨਿਰੰਕਾਰ ਦੇ ਦਰ ਤੇ ਵੀ ਪ੍ਰਵਾਨ ਹੋ ਗਈਆਂ। ਲੇਕਿਨ ਇਹ ਉਦੋਂ ਹੀ ਪ੍ਰਵਾਨ ਹਾਜ਼ਰੀ ਹੋਵੇਗੀ ਜਦੋਂ ਅਸੀਂ ਸੱਚਮੁੱਚ ਹੀ ਇੱਕ ਮਨ ਇੱਕ ਚਿੱਤ ਹੋ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਏ ਇੱਕ ਵਾਰੀ ਸਾਰੇ ਹੀ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੱਜ ਦੇ ਇਹ ਪਾਵਨ ਮੁਖਵਾਕ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 663 ਅਤੇ 64 ਤੇ ਸੁਭਾਏਮਾਨ ਹਨ। ਸੋ ਸਾਧ ਸੰਗਤ ਜੋ ਅੱਜ ਦੇ ਪਾਵਨ ਮੁਖਵਾਕ ਦੀਆਂ ਬੰਦ ਦੀਆਂ ਤੁਕਾਂ ਨਾਲ ਵਿਚਾਰ ਕਰੀਏ, ਜੋ ਮੇਰੇ ਮਾਲਕ ਸਤਿਗੁਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਾਵਨ ਬੰਦ ਦੀਆਂ ਸ਼੍ਰੋਮਣੀਆਂ ਤੁਕਾਂ ਦੇ ਵਿੱਚ ਕੀ ਸਾਨੂੰ ਸਮਝਾ ਰਹੇ ਹਨ। ਉਸ ਤੋਂ ਬਾਅਦ ਮੁੜ ਸ਼ੁਰੂ ਤੋਂ ਆਪਾਂ ਵਿਚਾਰ ਕਰਨੀ ਹੈ। ਸੇ ਤਨਵੰਤ ਹਰ ਨਾਮ ਲਿਵ ਲਾਏ, ਗੁਰ ਪੂਰੇ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਇਸ ਪਾਵਨ ਮੁਖਵਾਕ ਦੀਆਂ ਇਹ ਰਾਹੋ ਦੀਆਂ ਸ਼੍ਰੋਮਣੀਆਂ ਮਰਕਰੀਆਂ ਤੁਕਾਂ ਹਨ। ਇਹਨਾਂ ਤੁਕਾਂ ਦੇ ਵਿੱਚ, ਇਹਨਾਂ ਪੰਕਤੀਆਂ ਦੇ ਵਿੱਚ ਪੂਰੇ ਪਾਵਨ ਮੁਖਵਾਕ ਦਾ ਜੋ ਨਿਚੋੜ ਹੈ, ਜੋ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ, ਜੋ ਇਸ ਮੁਖਵਾਕ ਦੇ ਵਿੱਚ ਸਮਝਾਇਆ ਗਿਆ ਹੈ, ਇਹ ਤੁਕਾਂ ਹੀ ਸਾਰਾ ਕੁਝ ਦੱਸ ਰਹੀਆਂ ਹਨ। ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰ ਪੂਰੈ ਹਰ ਧਨ ਪਰਗਾਸਿਆ,
हर किरपा ते वसै मन आए। भाई किहड़े धनवान हन, किहड़े धनी हन इस संसार दे विच। गुरु पातशाह ने इन्हां पावन तुकां दे विच इहो समझाया है, हे भाई जिन्हां मनुखां दे हिरदे विच पूरे गुरु ने परमात्मा दे नाम दा धन प्रगट कर दिता, वो मनुख परमात्मा दे नाम विच सुरत जोड़ के आत्मिक जीवन दे सहारे उस मालक दे नाम नू अपना आत्मिक जीवन दा सहारा बना लेंदे हन। हे भाई ये नाम धन परमात्मा दी किरपा नाल मन विच आके वसदा है। जे असी सोच लईए कि भाव दुनियावी धन इकट्ठा कर लिया ते साडा जीवन जिहड़ा है वो सफल हो गया, ये साडी मूर्खता होवेगी। कारू बादशाह दे कोल दुनियावी धन बहुत सी। इतिहास विच इंज कथन आउंदा है कि 40 गंज उसने धन जोड़ लिया। इन्ना धन ते इन्ना धनीवान कोई नहीं अज तिकर संसार विच होया जिन्ना कि कारू ने जोड़िया सी। इथों तिकर भी इतिहास विच कथन आउंदा है कि उसने मुर्दियां दे मुख विचों जो प्रातान रीत सी दफन करन तो पहला सवा रुपए उस मूह दे मुर्दे दे विच मूह विच पाया जांदा सी, वो भी उसने कबरां पटवा के कढ़वा लिया ते अपने खजानियां विच जमा करा लिया। लेकिन साध संगत जी अंत जदों गुरु ने सोजी दिती ते साध संगत जो कई इतिहासकार कहते हैं गुरु नानक पातशाह जी आप चल के गए ते गुरु नानक पातशाह ने ठीकरियां कट्ठियां कीतियां ते महल दे कोल जाके आखण लगे चौकीदार नूं, भाई जा अपने बादशाह नूं कह कि फकीर आए हन। ते इस चौकीदार ने आग्यों आखिया, फकीरा जा इथों तुर जा, जे राजे नूं पता लग गया कुछ लैण आया है ते तैनूं उसने कोलू विच पड़वा देना है। गुरु पातशाह जी आखण लगे, भाई असी कुछ लैण नहीं आए, असी उसनूं कुछ देण आए हाँ। लेकिन कई इतिहासकारां ने इंज भी लिखिया है कि गुरु नानक पातशाह जी सूई लैके पुजे सन। जो भी है साध संगत जीओ इतिहास दी विचार है। जदों गुरु नानक पातशाह जी ने यह गल आखी, चौकीदार एहलकार ने आगे आखिया ते बादशाह लैण दे नां तो बड़ा भज के आउंदा सी। जदों आया ते आखण लग्या, दसो फकीर साईं की देण लगे हो। ते गुरु नानक पातशाह ने आखिया, भाई झोली कर। जदों झोली अड्डी ते गुरु नानक पातशाह ने ठीकरियां उस दियां झोलियां पा दित्तियां। वो आखण लग्या, फकीर साईं तुहानूं पता नहीं मैं इत्थों दा राजा हाँ ते मेरे एक हुक्म दे विच तुहानूं कोड़ू दे विच पिला दिता जावेगा। ये किहड़ी टिचर तुसीं मेरे नाल करदे हो। ते आखण लगे गुरु नानक पातशाह, भलिया सानू भली भांति पता है तू राजा है ते तू गरीबां दा धन उन्हां दा खून चूस चूस के खजाने भरे हुए हैं, लेकिन वो खजाने किस काम जेड़े तेरे काम ही ना आए। आखण लग्या किवें? ते महाराज आखण लगे, भलिया इंज कर, ये जड़ियां ठिकरियां तैनूं असीं दित्तियां ना, असीं तेरे कोलों दरगाह दे विचों लै लवांगे। साध संगत जो जदों ये गल वो बादशाह सुनदा है ते आखदा है, महाराज उत्थे तां एक सूई भी नहीं जा सकदी ते ये ठीकरियां किवें लैके जावांगा। बड़ा हसदा है। ते गुरु नानक पातशाह आखण लगे, भलिया
ਜਿਹੜੇ ਤੂੰ ਮੁਰਦਿਆਂ ਦੇ ਵਿੱਚੋਂ ਵੀ ਮੁੱਖ ਵਿੱਚੋਂ ਪੈਸੇ ਕੱਢ ਕੇ ਤੂੰ ਖਜ਼ਾਨੇ ਭਰ ਰੱਖੀਆਂ ਨੇ ਗਰੀਬਾਂ ਨੂੰ, ਪ੍ਰਜਾ ਨੂੰ ਦੁਖੀ ਕਰ ਕਰਕੇ ਤੂੰ ਧਨ ਇਕੱਠਾ ਕੀਤਾ, ਉਹ ਕਿਵੇਂ ਨਾਲ ਖੜੇਗਾ? ਉਹ ਨਾਲ ਕਿਵੇਂ ਖੜੇਗਾ ਤੂੰ ਆਪਣੇ? ਤੇ ਸਤ ਸੰਗਤ ਜੋ ਸੁਮਤ ਆ ਜਾਂਦੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਡਿੱਗ ਪੈਂਦਾ ਹੈ। ਜਦੋਂ ਚਰਨਾਂ ਤੇ ਡਿੱਗ ਪੈਂਦਾ ਹੈ ਤੇ ਸਤ ਸੰਗਤ ਜੋ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ, ਭਲਿਆ ਜਾ ਇਹ ਧਨ ਜਿਨ੍ਹਾਂ ਦਾ ਗਰੀਬਾਂ ਦਾ ਤੂੰ ਲੋਹੂ ਚੂਸ ਚੂਸ ਕੇ ਇਕੱਠਾ ਕੀਤਾ ਹੈ, ਜਾ ਉਹਨਾਂ ਗਰੀਬਾਂ ਵਿੱਚ ਵੰਡ ਦੇ ਤੇ ਗੁਰੂ ਨਾਨਕ ਪਾਤਸ਼ਾਹ ਤੇਰੀ ਬਾਹ ਫੜਨਗੇ। ਲੇਕਿਨ ਸਤ ਸੰਗਤ ਜੋ ਧਨ ਸਾਰਾ ਵੰਡ ਦਿੰਦਾ ਹੈ ਤੇ ਜਦੋਂ ਅੰਤਮ ਸਮਾਂ ਦੇਖਦਾ ਹੈ ਤੇ ਆਖਦਾ ਹੈ, ਭਲਿਓ ਮੇਰੇ ਜਨਾਜ਼ੇ ਦੇ ਵਿੱਚੋਂ ਦੋਨੇ ਹੱਥ ਬਾਹਰ ਕੱਢ ਦਿਓ ਤਾਂ ਕਿ ਸੰਸਾਰ ਨੂੰ ਪਤਾ ਲੱਗ ਜਾਵੇ ਇਹ ਕਾਰੂ ਜਿਸ ਨੇ ਧਨ ਖਜ਼ਾਨੇ ਇੰਨੇ ਭਰ ਰੱਖੇ ਸਨ, ਇੰਨੀ ਇਸ ਦੇ ਕੋਲ ਧਨ ਤੇ ਜਾਇਦਾਦ, ਲੇਕਿਨ ਜਦੋਂ ਸੰਸਾਰ ਤੋਂ ਗਿਆ ਖਾਲੀ ਹੱਥ ਗਿਆ। ਭਾਵ ਸਤ ਸੰਗਤ ਜੋ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਇਹ ਸਮਝਾ ਰਹੇ ਨੇ, ਧਨ ਇਕੱਠਾ ਕਰ, ਧਨ ਹੋਣਾ ਚਾਹੀਦਾ, ਲੇਕਿਨ ਧਨ ਸਿਰਫ ਗੁਜ਼ਾਰੇਯੋਗ ਹੋਣਾ ਚਾਹੀਦਾ। ਜੇ ਧਨ ਇਕੱਠਾ ਕਰਨਾ ਹੈ ਤੇ ਧਨ ਇਕੱਠਾ ਕਰ ਪਰਮਾਤਮਾ ਦੇ ਨਾਮ ਦਾ, ਜਿਸ ਧਨ ਨੇ ਇਸ ਸੰਸਾਰ ਵਿੱਚ ਵੀ ਸੁਖ ਦੇਣਾ ਹੈ, ਜਿਸ ਧਨ ਨੇ ਤੇਰੀ ਅੱਗੇ ਦਰਗਾਹ ਵਿੱਚ ਵੀ ਬਾਹ ਫੜਨੀ ਹੈ। ਸੋ ਸਾਧ ਸੰਗਤ ਜੋ ਪਾਤਸ਼ਾਹ ਨੇ ਇੱਥੇ ਸਪਸ਼ਟ ਕਰਤਾ, ਸੇ ਧਨਵੰਤ ਹਰ ਨਾਮ ਲਿਵ ਲਾਏ। ਹਕੀਕਤ ਵਿੱਚ ਤੇ ਧਨੀਵਾਨ ਉਹ ਹਨ ਜਿਨ੍ਹਾਂ ਦੀ ਲਿਵ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਗਈ ਹੈ। ਗੁਰ ਪੂਰੇ ਹਰ ਧਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਪੂਰੇ ਗੁਰੂ ਦੀ ਕਿਰਪਾ ਦੇ ਨਾਲ ਇਹ ਸੱਚਾ ਧਨ ਪ੍ਰਾਪਤ ਹੋ ਸਕਦਾ ਹੈ ਤੇ ਪੂਰਾ ਗੁਰੂ ਕਿਰਪਾ ਕਰ ਦਵੇ ਤੇ ਮਨ ਦੇ ਵਿੱਚ, ਹਿਰਦੇ ਵਿੱਚ ਆਪਣੇ ਨਾਮ ਦਾ ਧਨ ਇਕੱਠਾ ਕਰ ਸਕਦਾ ਹੈ। ਨਹੀਂ ਤੇ ਸਾਧ ਸੰਗਤ ਜੋ ਦੁਨੀਆਵੀ ਧਨ ਜਿੰਨਾ ਮਰਜ਼ੀ ਇਕੱਠਾ ਕਰ ਲਈਏ, ਅਸੀਂ ਉਹ ਧਨ ਦੁਨੀਆ ਤੋਂ ਅੱਗੇ ਨਹੀਂ ਖੜ ਸਕਦੇ। ਇੱਥੋਂ ਤੱਕ ਕਿ ਜੀਵ ਧਨ ਜੋੜਦਾ ਰਹਿੰਦਾ ਹੈ, ਆਪਣੇ ਆਪ ਨੂੰ ਵੀ ਦੁਖੀ ਰੱਖਦਾ ਹੈ, ਲੇਕਿਨ ਹਕੀਕਤ ਵਿੱਚ ਸਾਧ ਸੰਗਤ ਜੋ ਉਸ ਧਨ ਦਾ ਕੀ ਲਾਭ ਜੇ ਜਿਉਂਦਿਆਂ ਜੀ ਉਸ ਧਨ ਨੂੰ ਵਰਤੋਂ ਹੀ ਨਾ ਕੀਤੀ ਗਈ ਹੋਵੇ। ਇਹ ਤੇ ਸਾਰੇ ਹੀ ਜਾਣਦੇ ਹਾਂ ਕਿ ਉਸ ਧੁਰ ਦਰਗਾਹ ਦੇ ਵਿੱਚ ਕੁਝ ਸਾਡੇ ਨਾਲ ਨਹੀਂ ਨਿਭਣਾ। ਜੇ ਕੁਝ ਨਿਭਣਾ ਹੈ ਤੇ ਉਹ ਹੈ ਈਆਂ ਖਾਟ ਚਲੋ ਹਰ ਲਾਹਾ ਆ ਗਏ ਵਸਨ ਸੁਹੇਲਾ। ਭਾਵ ਉਤੇ ਪਰਮਾਤਮਾ ਦਾ ਨਾਮ ਹੈ। ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੁਹੇਲਾ ਸਿਮਰੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੁਹੇਲਾ ਸਦਾ ਸੁਖ ਹੋਈ। ਰਾਹੁ ਨਿਤ ਨਿਤ ਜਿਹੜੇ ਸਮਾਲੀਨ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਵ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨਹਾਰਾ ਸਿਮਰਿਐ ਨਾਨਕ ਸੇ ਦੇ ਆਵਨ। ਕਿਉਂ ਨਾ ਅਸੀਂ ਪੂਰੇ ਪਰਮਾਤਮਾ ਦਾ ਸਿਮਰਨ ਕਰ ਲਈਏ, ਜਿਸ ਪਰਮਾਤਮਾ ਦੇ ਹੁਕਮ ਦੇ ਵਿੱਚ ਇਹ ਸਾਰਾ ਧਨ ਹੈ, ਸਾਰਾ ਕੁਝ ਉਸ ਮਾਲਕ ਦੇ ਹੁਕਮ ਦੇ ਵਿੱਚ ਹੈ। ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਇਹ ਸਮਝਾ ਰਹੇ ਨੇ, ਜਿਨ੍ਹਾਂ ਨੇ ਇਹ ਪਰਮਾਤਮਾ ਦਾ ਨਾਮ ਧਨ ਇਕੱਠਾ ਕਰ ਲਿਆ, ਉਹਨਾਂ ਦਾ ਲੋਕ ਪਰਲੋਕ ਸਵਰ ਜਾਂਦਾ ਹੈ। ਧਨਾਸਰੀ ਮਹੱਲਾ ਤੀਜਾ, ਘਰ ਦੂਜਾ ਚੋਪ ਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਰਾਗ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਪਾਵਨ ਮੁਖਵਾਕ ਘਰ ਦੂਜੇ ਵਿੱਚ ਗਾਉਣ ਦੀ ਇਜਾਜ਼ਤ ਕੀਤੀ ਗਈ ਹੈ। ਚੋਪ ਦੇ ਦਾ ਭਾਵ ਚਾਰ ਬੰਦਾਂ ਵਾਲੀ ਬਾਣੀ। ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਸੰਖੇਪ ਦੇ ਵਿੱਚ ਉਸ ਮਾਲਕ ਦਾ ਮੰਗਲ ਉਚਾਰਨ ਕਰਦਿਆਂ ਹੋਇਆਂ ਪਾਤਸ਼ਾਹ ਫਰਮਾਉਂਦੇ ਨੇ, ਉਹ ਪਰਮਾਤਮਾ ਇੱਕ ਹੈ, ਨਾਮ ਅਨੇਕ ਹਨ। ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੇਤੇ। हे ਮੇਰੇ ਮਾਲਕ, ਤੇਰੇ ਨਾਮ ਵੀ ਤੇਰੇ ਰੂਪ ਵੀ ਅਨੇਕ ਹਨ, ਤੇਰੇ ਗੁਣ ਵੀ ਬੇਅੰਤ ਹਨ,
तेरे गुण वर्ण नहीं किए जा सकते। सो वो गुरु की कृपा दे नाल प्राप्त किया जा सकता है। एहो धन अकुठ ना निखुटै ना जाए, पूरे सतगुर दिया दिखाए। ओ धन तू इकट्ठा कर, ओ धन इकत्तर कर, जिहड़ा धन कदे भी तेरे तो खत्म ना हो सके। ते ओ धन किहड़ा है? हे भाई, ये नाम दा खजाना कदे मुक्कण वाला नहीं। इस खजाने विचों जिन्ना मर्जी खर्च करदा रहे, ये कदे भी मुकदा नहीं। क्योंकि गुरु पातशाह ने इहो कुछ समझाया है, एहो धन अखुट ना निखुटै ना जाए। ये कदे भी मुकण वाला धन नहीं। संसारक दुनिया भी धन मुक सकता है, ये धन कदे खत्म नहीं हुंदा। पूरे सतगुर दिया दिखाए, पूरे गुरु की कृपा दे नाल वो धन प्राप्त हो सकता है। अपने सतगुर को सद बल जाई, गुर कृपा ते हर मन वसाई। भाव जदों वो पूरा गुरु कृपा कर दवे, अपने सतगुर को सद बल जाई। मैं अपने सतगुर नूं सदा कुर्बान जाना हाँ, जिसने मेरे मन ते कृपा कर दी कि मेरे मन विच अपना नाम धन वसा दिता। से धनवंत हर नाम लिव लाए, गुरपूरे हर धन परगासिया। हर कृपा ते वसै मन आए। असली धनवंत ਉਹ ਹਨ ਜਿਨ੍ਹਾਂ ਦੇ ਕੋਲ परमात्मा ਦੇ ਨਾਮ ਦਾ ਧਨ ਹੈ। ਉਹ ਧਨ ਪੂਰੇ ਗੁਰੂ ਨੂੰ ਪਾ ਕੇ, ਪੂਰੇ ਗੁਰੂ ਨੂੰ ਪ੍ਰਾਪਤ ਕੀਤਿਆਂ ਹੀ, ਪੂਰੇ ਗੁਰੂ ਦੀ ਸੰਗਤ ਵਿੱਚ ਆਇਆ ਹੀ ਉਹ ਧਨ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਉਹ ਮੇਰਾ ਮਾਲਕ ਗੁਰੂ ਕਿਰਪਾ ਕਰੇ ਤੇ ਸਾਨੂੰ ਸੱਚਾ ਧਨ ਪ੍ਰਾਪਤ ਹੋ ਜਾਂਦਾ ਹੈ। ਰਹਾਓ ਆਬ ਗੁਣ ਕਾਟ ਗੁਣ ਹਿਰਦੈ ਸਮਾਏ, ਪੂਰੇ ਗੁਰ ਕੈ ਸਹਿਜ ਸੁਭਾਏ। ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸਮਾਣੀ। ਭਾਵ ਜਿਨ੍ਹਾਂ ਦੇ ਕੋਲ परमात्मा ਦੇ ਨਾਮ ਦਾ ਧਨ ਹੈ, ਉਹ ਧਨ ਸਾਧ ਸੰਗ ਜੋ ਇਦਾਂ ਦਾ ਹੈ ਸਾਡੇ ਅਵਗੁਣਾਂ ਨੂੰ ਵੀ ਖਤਮ ਕਰ ਦਿੰਦਾ ਹੈ। हे ਭਾਈ, ਗੁਰੂ ਸ਼ਰਨ ਆਇਆ ਮਨੁੱਖ ਦੇ ਅੰਦਰੋਂ ਅਵਗੁਣ दूर हो जाते हैं। परमात्मा की कृपा दे नाल, परमात्मा की सिफत सलाह उस दे हिरदे विच वस जाती है तो वह मेरा मालक उन्हां जीवां ते कृपा कर दिंदा है। परमात्मा अपना नाम उन्हां दे मन विच वसा दिंदा है। हे भाई, पूरे गुरु की उचारी हुई सदा थिर प्रभु की सिफत सलाह वाली बाणी पढ़िया कर। बाणी तैनू चंगा राह विखावेगी। बाणी दे राह ते तुरेगा ते मन दे विच जेड़े आत्मक हलोरे जो गुरु तो दूर करते हैं वो गुरु की कृपा दे नाल कदे नहीं उठणगे। इस बाणी दे बरकत नाल आत्मक अडोलता विच हमेशा ही तू लीन हो ही रहेगा, तू लीन ही हो जावेगा। ये बाणी महापुरख की निजकर वासा होए। भाव ये बाणी पूरे गुरु ने उचारण की है ते जिन्हां ने इस बाणी का ओट आसरा लिया है उन्हां ते गुरु ने कृपा कर दी है। भाव उन्हां नूं सारे सुखां की प्राप्ति हो गई है। उन्हां दे अवगुण गुरु ने कट दिते हैं। पूरे गुर की साची बाणी मन अंतर सुख सहज समाणी। भाव जदों ये बाणी अंदर वस जावे, जदों ये बाणी टिक जावे तो सतसंग जो सुख ही सुख जिधर जीव तकदा है उसनूं हर एक विच परमात्मा नज़र आउंदा है। वो जदों सारे पासे परमात्मा नज़र आवेगा फिर वो जीव कदे दुखी नहीं रह सकता।
एक अचरज जान देखो भाई, दुबदा मार हर मन वसाई। नाम अमोलक ना पाया जाए, गुर प्रसाद वसै मन आए। अचरज की है? अचरज है परमात्मा का नाम। एक अचरज जन देखो भाई, दुबदा मार हर मन वसाई। ਜਦੋਂ ਉਹ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਆ ਟਿਕਦਾ ਹੈ ਤੇ ਸਾਡੀਆਂ ਦੁਬਿਧਾਵਾਂ ਖਤਮ ਹੋ ਜਾਂਦੀਆਂ ਹਨ, ਸਾਡੇ ਅੰਦਰ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ। ਹਰੀ ਦਾ ਨਾਮ ਅੰਮ੍ਰਿਤਮਈ ਹੈ। ਜਿਨ੍ਹਾਂ ਦੇ ਅੰਦਰ ਇਹ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਉਹਨਾਂ ਦੇ ਅੰਦਰ ਠੰਡਕ ਪ੍ਰਾਪਤ ਹੋ ਜਾਂਦੀ ਹੈ, ਸੀਤਲਤਾ ਬਣ ਜਾਂਦੀ ਹੈ। ਨਾਮ ਅਮੋਲਕ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ। उस परमात्मा के नाम का कोई मुल नहीं पा सकता। वो परमात्मा का नाम गुरु की कृपा के नाल ही मन विच टिकदा है। सब मैं वसै प्रभ एको सोए, गुरमती घट प्रगट होए। ये तो आपां सारे जानते हैं, वो परमात्मा सारियां विच कण कण विच परमात्मा रमिया होया है। लेकिन साध संगत जो असी अपनी मान दे मगर लग के, असी अपनी मत दुरमत दे मगर लग के उस परमात्मा की भाल करते हाँ। लेकिन वो परमात्मा जिहड़ा साडे अंदर है, मेरे अंदर है, वो तुहाडे अंदर भी है, लेकिन वो नज़र नहीं आउंदा। क्यों? क्योंकि साडे कोल हले गुरु की मत नहीं है। जदों असी गुरु की मत धारण कर लवांगे, गुरमत नूं सच मन लवांगे, गुरु ते दृढ़ पक्का विश्वास कर लवांगे, ते साध संगत जो ओ अपने आप ही गुरमती घट प्रगट होए, छिण दे विच ओ परमात्मा अंदर प्रगट हो जाएगा। सहजे जिन प्रभ दान पछाणिया, नानक नाम मिले मन मानिया। इत्थे गुरु पातशाह फरमान करदे ने, सहजे जिन प्रभ जान पछाणिया, नानक नाम मिलै मन मानिया। भाव सतगुरु पातशाह ने स्पष्ट कर दिता, परमात्मा आप ही सब विच वसदा है। गुरु दी मत उत्ते तुरन वाले मनुख दे हिरदे विच वो हमेशा प्रगट रहिंदा है। हे नानक जी, आत्मक अडोलता विच टिक के जिस मनुख ने प्रभु नाम दी डूंगी सांझ पा के उस नूं अपने अंदर वसा लिया है, ते साध संगत जो उसे जीव नूं, उसे मनुख नूं परमात्मा दी पछाण मिल जाती है। उस नूं परमात्मा दा नाम सदा लई प्राप्त हो जाता है। उस दा मन परमात्मा की याद विच हमेशा ही लीन रहिंदा है। भाव हमेशा ही वो परमात्मा दे गुण ही गाउंदा रहिंदा है। जिमें पातशाह जी फरमान करदे ने, भाई सहजे जिन प्रभ जान पछाणिया, नानक नाम मिलै मन मानिया। भाव गुरु की कृपा दे नाल ही परमात्मा की प्राप्ति की जा सकती है। असी जिन्ना मर्जी यतन कर लीए, वो साध संगत जो प्राप्ति सानू नहीं हो सकती जदों तिकर वो मेरा मालक गुरु कृपा ना करे। तो ये कृपा सानू शब्द विचों प्राप्त होवेगी। जदों साडी सुरत शब्द का आनंद माणेगी, तो साध संगत जो सच जाने हो, गुरु पातशाह जी के अनमोल बचन हैं, जो नर दुख में दुख नहीं माने, सुख सने और भै नहीं जाके, कंचन माटी माने। भाव ये जिहड़ी बाणी है, जिस धुर दरगाह तो आई है, जिहड़े जीव इस नाल सुरत जोड़ लेंदे हन, ये बाणी उन्हां नूं उस परमात्मा विच लीन कर दिंदी है। उन्हां दा आवागमन हमेशा हमेशा लई खत्म हो जाता है। असी भी ये अरदास बेनती सतगुरु पातशाह जी दे धन धन साहिब श्री गुरु ग्रंथ साहिब महाराज जी के चरणों कमलों में करनी है कि गुरु पातशाह जी साडे ते भी मेहर करन,
ਸਾਡੇ ਤੇ ਵੀ ਬਖਸ਼ਿਸ਼ ਕਰਨ, ਸਾਡੇ ਮਨਾਂ ਵਿੱਚ ਵੀ ਆਪਣੇ ਨਾਮ ਦੀ ਦਾਤ ਬਖਸ਼ ਦੇਣ, ਤਾਂ ਕਿ ਸਾਡਾ ਇਹ ਲੋਕ ਤੇ ਪਰਲੋਕ ਦੋਨੇ ਸੋਲੇ ਹੋ ਜਾਣ। ਸਾਧ ਸੰਗਤ ਜੋ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬਾਣੀ ਗੁਰੂ ਸਾਹਿਬਾਨ ਦੀ ਹੈ ਤੇ ਸਾਧ ਸੰਗਤ ਜੋ ਭੁੱਲਾਂ ਦੱਸਦੀਆਂ ਹਨ, ਬਾਣੀ ਪੱਲੇ ਬੰਨ ਲਿਓ, ਭੁੱਲਾਂ ਦਾਸ ਦੀ ਝੋਲੀ ਪਾ ਦਿਓ। ਕੋਈ ਵੀ ਆਪ ਜੀ ਦਾ ਚੰਗਾ ਸੁਝਾਅ ਹੋਵੇ ਤੇ ਆਪ ਜੀ ਚੱਕਦੇ ਟੀਵੀ ਦੀ ਵੈਬਸਾਈਟ ਤੇ ਦੇ ਸਕਦੇ ਹੋ, ਤਾਂ ਕਿ ਦਾਸ ਤੇ ਕਰ ਪੁੱਜ ਸਕੇ ਜੀ। ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।